ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਅਸੀਂ ਜਪਜੀ ਸਾਹਿਬ ਬਾਣੀ ਦੀ ਸੰਥਿਆ ਆਪ ਸਭ ਲਈ ਲੈ ਕੇ ਆਏ ਹਾਂ। ਸੋ ਧਿਆਨ ਦੇਣਾ। ਜਪਜੀ ਸਾਹਿਬ ਦੀ ਬਾਣੀ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੋਈ ਹੈ। ਕੁਝ ਕੁ ਜ਼ਰੂਰੀ ਵਿਚਾਰ ਜਪਜੀ ਬਾਣੀ ਬਾਰੇ। ਜਪਜੀ ਬਾਣੀ ਦਾ ਨਾਮ ਹੈ ਸਾਹਿਬ ਸ਼ਬਦ ਅਸੀਂ ਸਤਿਕਾਰ ਵਜੋਂ ਲਾਉਂਦੇ ਹਾਂ। ਜਪਜੀ ਬਾਣੀ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਵੀ ਹੈ। ਜਪਜੀ ਬਾਣੀ ਅੰਮ੍ਰਿਤ ਖੰਡੇ ਬਾਟੇ ਦਾ ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਉਸ ਵੇਲੇ ਵੀ ਜਪਜੀ ਬਾਣੀ ਦਾ ਪਾਠ ਹੁੰਦਾ ਹੈ। ਜਾਂ ਇਹ ਕਹੀਏ ਕਿ ਸਿੱਖ ਧਰਮ ਦੇ ਵਿੱਚ ਹਰ ਇੱਕ ਉਹ ਬੱਚਾ, ਜਵਾਨ, ਬਜ਼ੁਰਗ, ਹਰ ਇੱਕ ਉਹ ਸ਼ਖਸ ਜੇ ਉਹਨੂੰ ਪੁੱਛੀਏ ਜਾਂ ਜਪਜੀ ਸਾਹਿਬ ਦੀ ਕੋਈ ਪੰਕਤੀ ਪੜ੍ਹੀਏ ਤੇ ਲਗਭਗ ਉਹਦੀ ਰਸਨਾ ਤੇ ਬਾਣੀ ਦੀ ਤੁਕ ਹੁੰਦੀ ਹੈ, ਕਿਉਂਕਿ ਇਹ ਜਪਜੀ ਦਾ ਪਾਠ ਹਰ ਇੱਕ ਗੁਰਸਿੱਖ ਦੇ ਘਰ ਕੀਤਾ ਜਾਂ ਸੁਣਿਆ ਜਾਂਦਾ ਹੈ। ਸੋ ਇਸ ਬਾਣੀ ਦਾ ਮਹਾਤਮ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। ਆਓ ਆਪਾਂ ਇਸ ਗੁਰਬਾਣੀ ਦੀ ਸੰਥਿਆ ਆਰੰਭ ਕਰੀਏ। ਖਾਸ ਧਿਆਨ ਦੇਣਾ ਜੀ, ਜਿਹੜੀ ਪੰਕਤੀ ਮਹਿੰਗੀ ਹੋਵੇਗੀ, ਮਹਿੰਗੀ ਤੋਂ ਭਾਵ ਉਚਾਰਨ ਜਿਹਦਾ ਥੋੜ੍ਹਾ ਕਠਿਨ ਹੈ, ਉਸ ਨੂੰ 2 ਵਾਰ ਉਚਾਰਨ ਕੀਤਾ ਜਾਵੇਗਾ। 2 ਵਾਰ ਉਚਾਰਨ ਕਰਨ ਤੋਂ ਬਾਅਦ ਫਿਰ ਉਸ ਪੰਕਤੀ ਵਿੱਚ ਜਿਹੜਾ ਸ਼ਬਦ ਕਠਿਨ ਹੋਵੇਗਾ ਉਸ ਨੂੰ ਉਚਾਰਨ ਕਰਨ ਦੀ ਸ਼ੈਲੀ ਕਿ ਕਿਸ ਤਰ੍ਹਾਂ ਉਚਾਰਨ ਕੀਤਾ ਜਾ ਸਕਦਾ ਹੈ ਸੁਖੈਨ ਢੰਗ ਦੇ ਨਾਲ, ਉਹ ਦੱਸਿਆ ਜਾਵੇਗਾ। ਸੋ ਆਓ ਆਰੰਭ ਕਰੀਏ। ਇੱਕ ਓੰਕਾਰ। ਸਭ ਤੋਂ ਪਹਿਲਾਂ ਉਚਾਰਨ ਇੱਕ ਓੰਕਾਰ। ਇਹਨੂੰ ਏਕੰਕਾਰ ਜਾਂ ਏਕਮਕਾਰ ਜਾਂ ਏਕੋ ਅੰਕਾਰ, ਚਲੋ ਉਹ ਬੋਲਣਾ ਨਹੀਂ ਆਉਂਦਾ ਕਿਉਂਕਿ ਲੋਕ ਬੜੇ ਤਰ੍ਹਾਂ ਦੇ ਉਚਾਰਨ ਕਰਦੇ ਨੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ। ਇਸ ਤਰ੍ਹਾਂ ਦੇ ਕੋਈ ਉਚਾਰਨ ਨਹੀਂ ਕਰਨੇ। ਤੁਸੀਂ ਇਸ ਦਾ ਉਚਾਰਨ ਕਰਨਾ ਹੈ ਇੱਕ, ਈੜੀ ਸਿਹਾਰੀ ਕੱਕਾ, ਇੱਕ। ਓ ਊੜੇ ਦਾ ਮੂੰਹ ਖੁੱਲ੍ਹਿਆ ਹੋਇਆ, ਐੜੇ ਨੂੰ ਟਿੱਪੀ, ਅੰਗ, ਕੱਕੇ ਨੂੰ ਕੰਨਾ ਤੇ ਰਾਰਾ, ਓੰਕਾਰ। ਫਿਰ ਧਿਆਨ ਦਿਓ, ਇੱਕ ਓੰਕਾਰ। ਹੁਣ ਇਹਨੂੰ ਇਕੱਠਾ ਉਚਾਰਨ ਕਰਾਂਗੇ। ਇੱਕ ਓੰਕਾਰ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਇਸ ਨੂੰ ਅਕਾਲ ਮੂਰਤ, ਕੱਕੇ ਕੰਨੇ ਤੋਂ ਪਹਿਲਾਂ ਐੜਾ ਲਾਉਣਾ ਜ਼ਰੂਰੀ ਹੈ, ਕਿਉਂਕਿ ਜੇ ਆਪਾਂ ਅਕਾਲ ਨਹੀਂ ਕਹਾਂਗੇ ਤਾਂ ਸ਼ਬਦ ਕਾਲ ਹੋਏਗਾ। ਐੜਾ ਵਿੱਚੋਂ ਜਦੋਂ ਮਾਈਨਸ ਕਰ ਦੇਵਾਂਗੇ, ਸਕਿਪ ਹੋਵੇਗਾ ਤਾਂ ਇਹ ਅਰਥ ਦਾ ਅਨਰਥ ਬਣ ਜਾਵੇਗਾ। ਇਸ ਲਈ ਉਚਾਰਨ ਕਰਨਾ ਹੈ ਅਕਾਲ ਮੂਰਤ। ਉਹ ਜੋ ਅਕਾਲ ਪੁਰਖ ਹੈ ਉਹ ਅਕਾਲ ਦੀ ਮੂਰਤ ਹੈ, ਉਹ ਕਿਸੇ ਦਾ ਬਣਾਇਆ ਹੋਇਆ ਨਹੀਂ। ਅਜੂਨੀ, ਇਸ ਨੂੰ ਵੀ ਅਜੂਨੀ ਐੜਾ ਲਾਉਣਾ ਹੈ, ਜੂਨੀ ਨਹੀਂ ਕਹਿਣਾ, ਅਜੂਨੀ, ਅਜੂਨੀ। ਅਜੂਨੀ ਸੈ ਭੰ ਗੁਰ ਪ੍ਰਸਾਦ। ਸੈ ਭੰਗ ਕਹਿਣਾ, ਸੈ ਬੰਗ ਨਹੀਂ ਕਹਿਣਾ। ਜਾਂ ਹੋਰ ਵੀ ਕਈ ਤਰ੍ਹਾਂ ਦੇ ਉਚਾਰਨ ਜਿਹੜੇ ਨੇ ਉਹ ਬਿਨਾਂ ਸੰਥਿਆ ਕੀਤੀ ਤੋਂ ਕਈ ਗੁਰਮੁਖ ਕਰਦੇ ਨੇ, ਇਸ ਤਰ੍ਹਾਂ ਨਹੀਂ। ਸੈ ਭੰਗ ਗੁਰ ਪ੍ਰਸਾਦ। ਪੱਪੇ ਦੇ ਪੈਰ ਵਿੱਚ ਰਾਰਾ ਲੱਗਿਆ ਹੋਇਆ ਹੈ ਤੇ ਅੱਗੇ ਸੱਸੇ ਨੂੰ ਕੰਨਾ। ਗੁਰ ਪ੍ਰਸਾਦ, ਪ੍ਰਸਾਦ। ਪ੍ਰਸ਼ਾਦ ਨਹੀਂ ਕਹਿਣਾ। ਪ੍ਰਸਾਦ ਤੇ ਪ੍ਰਸ਼ਾਦ ਵਿੱਚ ਫਰਕ ਹੈ। ਪ੍ਰਸਾਦ ਕਿਰਪਾ ਤੇ ਪ੍ਰਸ਼ਾਦ ਜਿਹੜਾ ਹੈ ਜੋ ਆਪਾਂ ਕੜਾਹ ਪ੍ਰਸ਼ਾਦ ਗੁਰਦੁਆਰਾ ਸਾਹਿਬ ਤੋਂ ਛਕਦੇ ਹਾਂ,
सो उच्चारण करना है गुर प्रसाद। जप आद सच जुगाद सच है भी सच नानक होसी भी सच। सोचै सोच ना होवई जे सोची लख वार। सोचै सोच ना होवई जे सोची लख वार। इस पंक्ति ਵਿੱਚ ਦੋ ਸ਼ਬਦ ਜਿਨ੍ਹਾਂ ਦਾ ਧਿਆਨ ਦੇਣਾ ਹੈ। ਪਹਿਲਾ ਹੈ ਸੋਚੈ, ਚੱਚੇ ਨੂੰ ਦੁਲਾਵਾਂ ਲੱਗੀਆਂ ਹੋਈਆਂ। ਸੋਚੇ ਸ਼ਬਦ ਨਹੀਂ ਕਹਿਣਾ, ਸੋਚੈ, ਚੱਚੇ ਦੁਲਾਵਾਂ ਚੈ, ਸੋਚੈ। ਫਿਰ ਹੋਵਈ, ਇਹਨੂੰ ਹੋਵੀ ਨਹੀਂ ਕਹਿਣਾ, ਕਿਉਂਕਿ ਜਦੋਂ ਤੱਕ ਆਪਾਂ ਸੰਥਿਆ ਕਿਸੇ ਉਸਤਾਦ ਪਾਸੋਂ ਨਹੀਂ ਲੈਂਦੇ ਤਾਂ ਸਾਨੂੰ ਈੜੀ ਨੂੰ ਬਿਹਾਰੀ ਇਸ ਤਰ੍ਹਾਂ ਉਚਾਰਨ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ। ਸੋ ਧਿਆਨ ਦੇਣਾ, ਹੋਵਈ ਹੋਵਈ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਉਸੇ ਤਰ੍ਹਾਂ ਜਿਵੇਂ ਪਿਛਲੀ ਪੰਕਤੀ ਵਿੱਚ ਆਪਾਂ ਪੜ੍ਹਿਆ ਸੀ, ਚੁੱਪੈ, ਪੱਪੇ ਨੂੰ ਦੁਲਾਵਾਂ ਲਾਉਣੀਆਂ, ਲਾਂ ਨਹੀਂ ਲਾਉਣੀ, ਪੇ ਨਹੀਂ ਕਹਿਣਾ, ਪੈ। ਚੁੱਪੇ ਨਹੀਂ ਕਹਿਣਾ, ਚੁੱਪੈ ਕਹਿਣਾ ਹੈ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਇਹਨੂੰ ਲਿਵਤਾਰ, ਤੱਤੇ ਨੂੰ ਕੰਨਾ, ਇਹਨੂੰ ਭਾਰਾ ਨਹੀਂ ਕਰਨਾ, ਕਿਉਂਕਿ ਕਈ ਇਲਾਕਿਆਂ ਦੀ ਬੋਲੀ ਇਸ ਤਰ੍ਹਾਂ ਦੀ ਹੁੰਦੀ ਹੈ। ਕਈ ਗੁਰਮੁਖ ਜਨ ਆਨਲਾਈਨ ਸੰਥਿਆ ਪਿਛਲੇ ਲੰਬੇ ਸਮੇਂ ਤੋਂ ਪ੍ਰਾਪਤ ਕਰ ਰਹੇ ਨੇ, ਤਾਂ ਉਹ ਇਲਾਕੇ ਦੇ ਹਿਸਾਬ ਨਾਲ ਕਈ ਵਾਰ ਐਸੇ ਸ਼ਬਦ ਉਹ ਭਾਰੇ ਬੋਲ ਜਾਂਦੇ ਨੇ, ਉਹ ਧਾਰ ਕਹਿ ਜਾਂਦੇ ਨੇ। ਤੱਤੇ ਦੀ ਜਗ੍ਹਾ 'ਤੇ ਧੱਦਾ ਕਈਆਂ ਦਾ ਉਚਾਰਨ ਹੋ ਜਾਂਦਾ ਹੈ। ਸੋ ਇਹਨੂੰ ਪੋਲਾ ਪੜ੍ਹਨਾ ਹੈ, ਲਿਵ ਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਇੱਥੇ ਸ਼ਬਦ ਭੁੱਖਿਆ, ਬਿੰਦੀ ਨਹੀਂ ਲੱਗੀ, ਆਪਾਂ ਨਹੀਂ ਲਾਉਣੀ। ਭੁੱਖਿਆ, ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਇਸ ਪੰਕਤੀ ਵਿੱਚ ਤਿੰਨ ਸ਼ਬਦ ਜਿਹੜੇ ਨੇ ਉਹ ਸਾਡਾ ਧਿਆਨ ਮੰਗ ਰਹੇ ਨੇ। ਪਹਿਲਾ ਹੋਵਨ, ਨੰਨਾ ਲਾਉਣਾ, ਹੋਵਣ ਨਹੀਂ ਕਹਿਣਾ। ਜੇ ਹੋਵਣ ਕਵਾਂਗੇ ਤਾਂ ਨਾਣਾ ਲੱਗ ਜਾਏਗਾ, ਹੋਵਨ। ਤੇ ਹੋਵਨ ਵੀ ਨਹੀਂ ਕਹਿਣਾ, ਵਾਵੇ ਨੂੰ ਟਿੱਪੀ ਜਾਂ ਅਦਕ ਨਹੀਂ ਲਾਉਣਾ। ਹੋਵਨ, ਨੰਨਾ ਜ਼ਰੂਰ ਲਾਉਣਾ ਪਰ ਬਹੁਤ ਧਿਆਨ ਦੇ ਨਾਲ। ਫਿਰ ਅਗਲਾ ਸ਼ਬਦ ਆਕਾਰ, ਇਹਨੂੰ ਆਕਾਰ ਨਹੀਂ ਕਹਿਣਾ, ਐੜੇ ਨੂੰ ਕੰਨਾ ਲੱਗਾ ਹੋਇਆ ਹੈ, ਤੇ ਆਕਾਰ। ਅਗਲਾ ਸ਼ਬਦ ਹੁਕਮ ਤੇ ਕਹਿਆ ਦੇ ਵਿਚਕਾਰ ਹੈ ਨੰਨਾ ਮੁਕਤਾ। ਇਹਨੂੰ ਉਚਾਰਨ ਕਰਨ ਵੇਲੇ ਹੁਕਮ ਨਾ ਕਹਿਆ ਜਾਈ, ਨੰਨਾ ਮੁਕਤਾ ਨਾ, ਸਿਰਫ ਇੰਨੀ ਕੁ ਹੀ ਤੁਹਾਡੀ ਜਿਹੜੀ ਹੈ ਆਵਾਜ਼ ਆਉਣੀ ਚਾਹੀਦੀ ਹੈ, ਜ਼ਿਆਦਾ ਨਹੀਂ। ਇਹਨੂੰ ਕੰਨਾ ਨਾ ਲੱਗ ਜਾਵੇ। ਇਹ ਮੁਕਤਾ ਹੈ ਤਾਂ ਮੁਕਤਾ ਹੀ ਰੱਖਣਾ ਹੈ। ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ। ਹੁਕਮ ਮਿਲੈ ਵਡਿਆਈ। ਇਸ ਪੰਕਤੀ ਵਿੱਚ
ਸ਼ਬਦ ਆਇਆ ਜੀ, ਜੱਜੇ ਨੂੰ ਬਿਹਾਰੀ, ਐੜਾ ਮੁਕਤਾ। ਇਹ ਉਚਾਰਨ ਬੜਾ ਮੁਸ਼ਕਲ ਹੁੰਦਾ ਹੈ ਕਰਨ ਵੇਲੇ, ਕਿਉਂਕਿ ਜਿੰਨਾ ਸਮਾਂ ਸਾਡਾ ਅਭਿਆਸ ਨਹੀਂ ਹੁੰਦਾ ਤੇ ਅਸੀਂ ਇਹਨੂੰ ਜੀ ਪੜ੍ਹਦੇ ਹਾਂ। ਐੜਾ ਸਾਡਾ ਸਕਿਪ ਹੋ ਜਾਂਦਾ ਹੈ, ਉਚਾਰਨ ਨਹੀਂ ਹੁੰਦਾ, ਰਹਿ ਜਾਂਦਾ ਹੈ। ਇਸ ਨੂੰ ਉਚਾਰਨ ਕਰਨ ਲਈ ਸਾਨੂੰ ਜੱਜੇ ਨੂੰ ਲੱਗੀ ਹੋਈ ਬਿਹਾਰੀ ਲੰਬੀ ਕਰਨੀ ਪਵੇਗੀ, ਫਿਰ ਐੜਾ ਲੱਗੇਗਾ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਅਹਿ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਅਹਿ। ਇਸ ਪੰਕਤੀ ਵਿੱਚ ਸ਼ਬਦ ਆਇਆ ਪਾਈਅਹਿ, ਪਾਈਅਹਿ। ਇਹਨੂੰ ਉਚਾਰਨ ਕਰਨ ਵੇਲੇ ਦੋ ਹਿੱਸੇ ਕਰ ਲਏ ਜਾਣ, ਪਾਈ ਅਹੇ। ਪਰ ਜਦੋਂ ਆਪਾਂ ਇਹਨੂੰ ਪਾਠ ਵਿੱਚ ਪੜ੍ਹਨਾ ਹੈ ਪੰਕਤੀ ਵਿੱਚ, ਤਾਂ ਇਕੱਠਾ ਹੀ ਕਰਨਾ ਹੈ, ਇਹ ਸਮਝਣ ਵਾਸਤੇ। ਪਾਈ ਅਹੇ। ਇੱਕ ਬੇਨਤੀ ਇੱਥੇ ਸੰਗਤ ਲਈ ਇਹ ਹੈ, ਜਿਸ ਤਰ੍ਹਾਂ ਅਹੇ ਸ਼ਬਦ ਆਇਆ, ਐੜਾ ਤੇ ਹਾਹੇ ਨੂੰ ਸਿਹਾਰੀ। ਜਦੋਂ ਆਪਾਂ ਮੁਹਾਰਨੀ ਪੜ੍ਹਦੇ ਹਾਂ ਤਾਂ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਹਾਹੇ ਸਿਹਾਰੀ ਹੈ, ਤੇ ਇਹ ਕਈ ਵਾਰ ਅਸੀਂ ਉਚਾਰਨ ਕਰ ਜਾਂਦੇ ਹਾਂ ਇਹ ਦੁਲਾਵਾਂ, ਅੱਧੀਆਂ ਦੁਲਾਵਾਂ ਲਾ ਕੇ। ਇਹ ਬਹੁਤ ਧਿਆਨ ਰੱਖਣਾ ਹੈ ਕਿ ਇਹ ਲੱਗੀ ਹੋਈ ਸਿਹਾਰੀ ਨੂੰ ਤੁਸੀਂ ਸਿਹਾਰੀ ਦੀ ਆਵਾਜ਼ ਹੀ ਦੇਣੀ ਹੈ, ਨਾ ਕਿ ਦੁਲਾਵਾਂ ਦੀ। ਪਾਈ ਇਹ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਅਹੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਅਹੇ। ਇਸ ਪੰਕਤੀ ਵਿੱਚ ਫਿਰ ਦੋ ਸ਼ਬਦ ਨੇ ਜਿਹੜੇ ਉਹ ਧਿਆਨ ਮੰਗ ਰਹੇ ਨੇ। ਇੱਕ ਬਖਸ਼ੀਸ, ਇਹਨੂੰ ਬਖਸ਼ੀਸ਼ ਨਹੀਂ ਕਹਿਣਾ ਗਾ। ਬਹੁਤੇ ਅਸੀਂ ਜਦੋਂ ਉਚਾਰਨ ਸੁਣਦੇ ਹਾਂ ਤਾਂ ਉਹ ਬਖਸ਼ੀਸ਼ ਕਰਦੇ ਨੇ, ਸੱਸੇ ਦੇ ਪੈਰ ਬਿੰਦੀ ਲਾ ਦਿੰਦੇ ਨੇ, ਜੋ ਕਿ ਗੁਰੂ ਸਾਹਿਬਾਨ ਨੇ ਨਹੀਂ ਲਾਈ ਤੇ ਆਪਾਂ ਵੀ ਨਹੀਂ ਲਾਉਣੀ, ਬਖਸ਼ੀਸ। ਤੇ ਆਖਰੀ ਜੋ ਸ਼ਬਦ ਹੈ ਭਵਾਈ ਅਹੇ, ਭਵਾਈ ਅਹੇ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਹੁਣ ਇਹ ਸ਼ਬਦ ਆਪਾਂ ਪੜ੍ਹਿਆ ਕੋਇ, ਕੱਕੇ ਨੂੰ ਹੋੜਾ, ਈੜੀ ਨੂੰ ਸਿਹਾਰੀ। ਜੇ ਆਪਾਂ ਕੋਏ ਪੜਾਂਗੇ, ਕੋਏ, ਤਾਂ ਕੱਕੇ ਨੂੰ ਔਂਕੜ ਲੱਗ ਜੇਗੀ, ਈੜੀ ਨੂੰ ਲਾਂ ਲੱਗ ਜੇਗੀ। ਧਿਆਨ ਦਿਓ, ਸ਼ਬਦ ਹੈ ਕੱਕੇ ਨੂੰ ਹੋੜਾ, ਕੱਕੇ ਹੋੜਾ ਕੋ, ਈੜੀ ਸਿਹਾਰੀ ਏ, ਤਾਂ ਕੀ ਬਣਿਆ ਕੋਏ। ਪਰ ਜਦੋਂ ਅਸੀਂ ਧਿਆਨ ਨਹੀਂ ਦਿੰਦੇ, ਕਾਹਲੀ ਵਿੱਚ ਪਾਠ ਕਰਦੇ ਹਾਂ, ਤਾਂ ਅਸੀਂ ਪੜਾਂਗੇ ਬਾਹਰ ਹੁਕਮ ਨਾ ਕੋਏ, ਤੇ ਕੀ ਹੋਏਗਾ, ਕੱਕੇ ਨੂੰ ਔਂਕੜ ਲੱਗ ਜੇਗੀ, ਈੜੀ ਨੂੰ ਲਾਂ ਲੱਗ ਜੇਗੀ, ਜੋ ਕਿ ਪਾਠ ਗਲਤ ਹੋ ਜਾਏਗਾ। ਇਸ ਲਈ ਇਸ ਨੂੰ ਕੋਏ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾ ਹਉਮੈ ਕਹੈ ਨਾ ਕੋਇ। ਨਾਨਕ ਹੁਕਮੈ ਜੇ ਬੁੱਝੈ, ਤਾ ਹਉਮੈ ਕਹੈ ਨਾ ਕੋਇ। ਇਸ ਵਿੱਚ ਪਾਠ ਕਰਨ ਵੇਲੇ ਬੁੱਝੈ, ਝੱਜੇ ਨੂੰ ਦੁਲਾਵਾਂ ਲੱਗੀਆਂ ਹੋਈਆਂ, ਬੁੱਝੈ ਕੱਸ ਕੇ ਕਰਨਾ, ਬੁੱਝਣਾ। ਪਰ ਬੁੱਝੇ ਨਹੀਂ ਕਹਿਣਾ ਗਾ, ਲਾ ਨਹੀਂ ਲਾਉਣੀ, ਦੁਲਾਵਾਂ ਲਾਉਣੀਆਂ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ, ਗਾਵੈ ਕੋ ਦਾਤ, ਜਾਣੈ ਨੀਸਾਨ। ਇਹ ਦੋ ਪੰਕਤੀਆਂ ਇਸ ਲਈ ਪੜ੍ਹੀਆਂ ਕਿਉਂਕਿ ਇਹਨਾਂ ਦੋਨਾਂ ਪੰਕਤੀਆਂ ਦੇ ਵਿਸ਼ਰਾਮ ਤਾਣ ਅਤੇ ਦਾਤ ਦੇ ਉੱਪਰ ਹੈ। ਇੱਕ ਧਿਆਨ ਦੇਣਾ, ਤਾਨ ਨੰਨਾ ਨਹੀਂ ਕਹਿਣਾ, ਨਾਣਾ, ਤਾਣ। ਗਾਵੈ, ਇਹਨੂੰ ਗਾਵੇ ਨਹੀਂ ਕਹਿਣਾ, ਗਾਵੈ ਦੁਲਾਵਾਂ। ਗਾਵੈ ਕੋ, ਕੋ ਨੂੰ ਲੰਬਾ ਕਰਨਾ, ਹੋੜਾ ਲੱਗਾ ਹੋਇਆ ਹੈ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ, ਗਾਵੈ ਕੋ ਦਾਤ, ਜਾਣੈ ਨੀਸਾਨ।
ਇਸ ਤੋਂ ਅੱਗੇ ਇਸ ਪੌੜੀ ਵਿੱਚ ਜਿਹੜੇ ਵਿਸ਼ਰਾਮ ਨੇ ਉਹ ਕੋ ਦੇ ਉੱਪਰ ਲੱਗਣਗੇ। ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇਸ ਪੰਕਤੀ ਵਿੱਚ ਧਿਆਨ ਦਿਓ, ਇਹਨੂੰ ਕਥ ਕਥ ਭਾਰਾ ਨਹੀਂ ਕਰਨਾ, ਇਹ ਪੋਲੇ ਨੇ ਸ਼ਬਦ, ਤਿੰਨੋਂ ਹੀ ਸ਼ਬਦ ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈਦੇ ਥਕ ਪਾਹੇ, ਦੇਦਾ ਦੇ ਲੈਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਹੁਕਮੀ ਹੁਕਮ ਚਲਾਏ ਰਾਹ। ਧਿਆਨ ਦਿਓ, ਰਾਹ ਰਾਰੇ ਨੂੰ ਕੰਨਾ, ਹਾਹੇ ਨੂੰ ਔਂਕੜ। ਪਰ ਜਦੋਂ ਅਸੀਂ ਧਿਆਨ ਨਹੀਂ ਦਿੰਦੇ ਤਾਂ ਅਸੀਂ ਉਚਾਰਨ ਕਰ ਜਾਂਦੇ ਹਾਂ ਰਾਹੋ। ਸੰਗਤ ਜੀ ਧਿਆਨ ਦਿਓ, ਰਾਹੋ, ਹਾਹੇ ਨੂੰ ਹੋੜਾ ਲਾ ਜਾਂਦੇ ਹਾਂ, ਇਹ ਉਚਾਰਨ ਗਲਤ ਹੁੰਦਾ ਹੈ, ਇਸ ਲਈ ਧਿਆਨ ਦਿਓ। ਰਾਹ ਰਾਰੇ ਨੂੰ ਕੰਨਾ, ਰਾਹ। ਨਾਨਕ ਵਿਗਸੈ ਵੇ ਪਰਵਾਹ, ਸਾਚਾ ਸਾਹਿਬ ਸਾਚ ਨਾਇ, ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ, ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਇਸ ਪੰਕਤੀ ਵਿੱਚ ਧਿਆਨ ਦਿਓ, ਆਖਹਿ ਐੜੇ ਨੂੰ ਕੰਨਾ, ਖੱਖਾ ਮੁਕਤਾ, ਹਾਹੇ ਨੂੰ ਸਿਹਾਰੀ, ਮੰਗਹਿ ਮੰਮੇ ਨੂੰ ਟਿੱਪੀ, ਗੱਗਾ ਮੁਕਤਾ, ਹਾਹੇ ਨੂੰ ਸਿਹਾਰੀ, ਆਖਹਿ ਮੰਗਹਿ। ਅਗਲਾ ਸ਼ਬਦ ਦੇਹ ਦੇਹ, ਇਹਨੂੰ ਦੇਹ ਦੇਹ ਨਹੀਂ ਕਰਨਾ। ਜਦੋਂ ਆਪਾਂ ਦੇਹ ਦੇਹ ਕਰਦੇ ਹਾਂ ਤਾਂ ਦੱਦੇ ਨੂੰ ਤਾਂ ਲਾਂ ਲੱਗੀ ਹੋਈ ਹੈ, ਹਾਹੇ ਨੂੰ ਵੀ ਲਾਂ ਲੱਗ ਜੇਗੀ, ਜੋ ਕਿ ਗਲਤ ਹੋ ਜਾਏਗਾ। ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਫੇਰ ਕੇ, ਇਹਨੂੰ ਕੀ ਨਹੀਂ ਕਹਿਣਾ, ਕੱਕੇ ਸਿਹਾਰੀ ਕੇ, ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੁਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਮੁਹਾਉ ਮੁਹਾਉ, ਮੰਮੇ ਨੂੰ ਔਂਕੜ, ਹਾਹੇ ਨੂੰ ਕਨੌੜਾ, ਇਹਨੂੰ ਮੂੰਹੋਂ ਨਹੀਂ ਕਹਿਣਾ, ਜਾਂ ਹੋਰ ਕਈ ਤਰ੍ਹਾਂ ਦੇ ਉਚਾਰਨ ਕੀਤੇ ਜਾਂਦੇ ਨੇ। ਮੁਹਾਉ ਮੁਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ। ਇੱਥੇ ਸ਼ਬਦ ਮਾਨ ਨੰਨੇ ਦੇ ਨਾਲ, ਇਹਨੂੰ ਮਾਨ ਨਾਣਾ ਨਹੀਂ ਲਾਉਣਾ, ਨੰਨੇ ਦੇ ਨਾਲ। ਨਾਨਕ ਗਾਵੀਐ ਗੁਣੀ ਨਿਧਾਨ,
ਨਿਧਾਨ ਨੰਨਾ ਇੱਥੇ ਵੀ ਨਾਣਾ ਨਹੀਂ ਲਾਉਣਾ, ਨਿਧਾਨ ਨਹੀਂ ਕਰਨਾ, ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਇਸ ਪੰਕਤੀ ਵਿੱਚ ਸ਼ਬਦ ਨਾਦੰ ਤੇ ਵੇਦੰ ਆਏ ਨੇ, ਜੋ ਕਿ ਦੱਦੇ ਨੂੰ ਟਿੱਪੀ ਲੱਗੀ ਹੋਈ ਹੈ। ਟਿੱਪੀ ਦਾ ਜੋ ਉਚਾਰਨ ਹੈ ਅੰਗ ਦੰ, ਨਾਦੰ, ਵੇਦੰ, ਇਹ ਧਿਆਨ ਦੇ ਨਾਲ ਕਰਨਾ ਹੈ। ਬਹੁਤਿਆਂ ਗੁਰਮੁਖਾਂ ਨੂੰ ਇਹ ਉਚਾਰਨ ਜਿਹੜਾ ਸਹੀ ਨਹੀਂ ਕਰਨਾ ਆਉਂਦਾ, ਇਸ ਲਈ ਫਿਰ ਧਿਆਨ ਨਾਲ ਸ਼ਰਵਣ ਕਰੋ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ, ਬਰਮਾ ਗੁਰ ਪਾਰਬਤੀ ਮਾਈ। ਗੁਰ ਈਸਰ ਗੁਰ ਗੋਰਖ, ਬਰਮਾ ਗੁਰ ਪਾਰਬਤੀ ਮਾਈ। ਇਸ ਪੰਕਤੀ ਦਾ ਉਚਾਰਨ ਜਿਹੜਾ ਹੈ ਉਹ ਅਲੱਗ-ਅਲੱਗ ਤਰੀਕੇ ਨਾਲ ਕੀਤਾ ਜਾਂਦਾ ਹੈ, ਪਰ ਜੋ ਸੰਪਰਦਾ ਦੇ ਵਿੱਚ ਇਸ ਦਾ ਉਚਾਰਨ ਹੈ ਉਹ ਇਸੇ ਤਰ੍ਹਾਂ ਗੁਰ 'ਤੇ ਵਿਸ਼ਰਾਮ ਲਾ ਕੇ ਬਰਮਾ ਗੁਰ 'ਤੇ ਕੀਤਾ ਜਾਂਦਾ ਹੈ। ਸੰਗਤ ਦੇ ਸੁਖੈਨ ਢੰਗ ਦੇ ਨਾਲ ਇਸ ਨੂੰ ਉਚਾਰਨ ਜੋ ਕਰਨ ਦਾ ਤਰੀਕਾ ਹੈ ਉਹ ਬਹੁਤ ਹੀ ਸੌਖਾ, ਕਿ ਤੁਸੀਂ 2-2 ਸ਼ਬਦਾਂ ਦੇ ਜੋੜੇ ਪੜ੍ਹੀ ਜਾਣੇ ਨੇ, ਇਹ ਵਿਸ਼ਰਾਮ ਸਹੀ ਲੱਗ ਜਾਏਗਾ। ਗੁਰ ਈਸਰ ਗੁਰ ਗੋਰਖ, ਬਰਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।